ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੀ ਦਹਾੜ ਦੇ ਨਾਲ ਦਿੱਲੀ ਦਾ ਤਖਤ ਹਿਲਦਾ ਸੀ, ਅੱਜ ਇੰਨੀ ਕਮਜ਼ੋਰ ਕਰ ਦਿੱਤੀ ਹੈ ਕਿ ਦਿੱਲੀ ਦਾ ਲਾਲਾ ਜਿਹੜਾ ਨੂੰ ਬਾਹਰ ਆ ਕੇ ਨਹੀਂ। ਸਰਦਾਰ ਹਰਜਿੰਦਰ ਸਿੰਘ ਧਾਮੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ 2 ਪ੍ਰਧਾਨਾਂ ਦੇ ਸਹਿਤ ਇਹ ਮੈਮੋਰੰਡਮ ਲੈ ਕੇ ਜਾਂਦੇ ਨੇ ਕੇਜਰੀਵਾਲ ਮੁੱਖ ਮੰਤਰੀ ਜਿਹੜਾ ਦਿੱਲੀ ਦਾ ਆਪਣੀ ਕੋਠੀ ਦੇ ਅੱਗੇ, ਔਰ 10 ਮਿੰਟ ਬਾਰਿਸ਼ ਦੇ ਵਿੱਚ ਭੇਜਦੇ ਨੇ, ਉਹ ਕਿਰਨ ਵਾਸਤੇ ਇਹਨਾਂ ਨੂੰ ਬਾਹਰ ਨਹੀਂ ਆਉਂਦਾ। ਸਾਡੀਆਂ ਕਮਜ਼ੋਰੀਆਂ ਕਾਰਨ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਚਰਮਰਾ ਰਹੀਆਂ ਨੇ। ਇਹਨਾਂ ਬੰਦੀ ਸਿੰਘਾਂ ਦੀਆਂ ਤਸਵੀਰਾਂ ਦੇ ਸਹਿਤ ਫਲੈਕਸ ਬੋਰਡ ਲਾਓ ਔਰ ਲਿਖੋ ਕੱਲੇ ਬੰਦੀ ਸਿੰਘ ਬਾਰੇ ਕਿ ਕਿੰਨਾ ਸਮਾਂ ਹੋ ਗਿਆ ਨੂੰ ਬੰਦੀਖਾਨੇ 'ਚ ਬੈਠਿਆਂ, ਜੇਲ੍ਹ 'ਚ ਬੈਠਿਆਂ, ਔਰ ਕਿਹੜੀ ਸਰਕਾਰ ਹੈ ਜਿਹੜੀ ਇਹਨੂੰ ਰਿਹਾ ਨਹੀਂ ਕਰ ਰਹੀ। ਖਾਸ ਤੌਰ ਦੇ ਉੱਤੇ ਦਿੱਲੀ ਦੇ ਮੁੱਖ ਮੰਤਰੀ ਦੇ ਦਰਵਾਜ਼ੇ ਦੇ ਅੱਗੇ ਜਾ ਕੇ ਮੈਂ ਮੈਮੋਰੰਡਮ ਦੇਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ, ਬਿਲਕੁਲ ਲੋੜ ਨਹੀਂ ਹੈ। ਜੇਕਰ ਤੁਸੀਂ ਸਟੱਡੀ ਜਾਂ ਇਮੀਗ੍ਰੇਸ਼ਨ ਬੇਸਿਸ ਤੇ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਚਿੰਤਾ ਦੀ ਕੀ ਗੱਲ। ਗਲੋਬਲ ਵਾਈਜ਼ ਸਟੱਡੀ ਅਬਰਾਡ ਕੰਸਲਟੈਂਟਸ ਤੁਹਾਡੀ ਹਰ ਕਦਮ ਤੇ ਮਦਦ ਕਰੇਗਾ। ਫ੍ਰੀ ਕੈਰੀਅਰ ਕਾਉਂਸਲਿੰਗ ਹੋਵੇ, ਸਟੂਡੈਂਟ ਐਡਮਿਸ਼ਨ ਜਾਂ ਸਟੱਡੀ ਰਿਪੋਰਟ ਹੋਵੇ, ਆਈਐਲਟਸ ਕੋਚਿੰਗ ਹੋਵੇ, ਸਟੂਡੈਂਟ ਲੋਨ ਹੋਵੇ, ਪ੍ਰੀ ਡਿਪਾਰਚਰ ਬਰੀਫਿੰਗ, ਅਕੋਮੋਡੇਸ਼ਨ, ਪੇਰੈਂਟਸ ਦੇ ਨਾਲ ਫਾਲੋ ਅਪ, ਮਾਈਗ੍ਰੇਸ਼ਨ ਸਰਵਿਸਿਜ਼, ਇੱਥੋਂ ਤੱਕ ਕਿ ਇੰਟਰਨਸ਼ਿਪ ਪ੍ਰੋਗਰਾਮ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਕਮਜ਼ੋਰ ਹੋ ਚੁੱਕੀ ਹੈ। ਕਦੇ ਸ਼੍ਰੋਮਣੀ ਕਮੇਟੀ ਦੀ ਇੱਕ ਦਹਾੜ ਦਿੱਲੀ ਨੂੰ ਕੰਬਣੀ ਛੇੜ ਦਿੰਦੀ ਸੀ, ਹੁਣ ਉਹਨਾਂ ਨੂੰ ਦਿੱਲੀ ਵਾਲੇ ਅੰਦਰ ਵੀ ਨਹੀਂ ਬੁਲਾਉਂਦੇ। ਇਹ ਕਹਿਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ। ਪਰ ਐਸਜੀਪੀਸੀ ਨੂੰ ਕਮਜ਼ੋਰ ਕਰਨ ਲਈ ਅਸਲ ਵਿੱਚ ਜ਼ਿੰਮੇਦਾਰ ਕੌਣ ਹੈ? ਇਸ ਬਾਰੇ ਕੁਝ ਕਹਿਣ ਤੋਂ ਬੇਸ਼ੱਕ ਜਥੇਦਾਰ ਸਾਹਿਬ ਗੁਰੇਜ਼ ਕਰ ਗਏ ਨੇ, ਪਰ ਮੌਜੂਦਾ ਹਾਲਾਤ ਉਹਨਾਂ ਨੂੰ ਵੇਖਦਿਆਂ ਉਹਨਾਂ ਦੇ ਇਹ ਫਿਕਰ ਵਾਜਿਬ ਹੈ ਅਤੇ ਦੁਰਸਤ ਵੀ ਹੈ। ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਚਰਮਰਾ ਰਹੀਆਂ ਨੇ, ਸਾਡੀਆਂ ਸੰਸਥਾਵਾਂ ਚਰਮਰਾ ਰਹੀਆਂ ਨੇ। ਇਸ ਕਰਕੇ ਚਰਮਰਾ ਰਹੀਆਂ ਨੇ ਕਿਉਂਕਿ ਅਸੀਂ ਕਮਜ਼ੋਰ ਹੋ ਗਏ ਹਾਂ। ਸਾਡੀਆਂ ਕਮਜ਼ੋਰੀਆਂ ਕਾਰਨ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਚਰਮਰਾ ਰਹੀਆਂ ਨੇ, ਸਾਡੀਆਂ ਗਲਤੀਆਂ ਕਾਰਨ ਜਿਹੜੀਆਂ ਨੇ ਸਾਡੀਆਂ ਸੰਸਥਾਵਾਂ ਚਰਮਰਾ ਰਹੀਆਂ ਨੇ। ਇੱਕ ਕਹਾਵਤ ਹੈ ਕਿ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਸਾਨੂੰ ਐਸਾ ਰਾਜ ਨਹੀਂ ਚਾਹੀਦਾ, ਸਾਨੂੰ ਐਸੀ ਐਸ਼ੋ ਇਸ਼ਰਤ ਦੇ ਸਮਾਨ ਸਾਧਨ ਨਹੀਂ ਚਾਹੀਦੇ ਜਦੋਂ ਸਾਡੇ ਗੁਰੂ ਨੂੰ ਜਿਹੜਾ ਹੈ ਉਹ ਅਪਮਾਨਿਤ ਕੀਤਾ ਜਾਵੇ, ਸਾਡੇ ਗੁਰੂ ਨੂੰ ਬੇਇੱਜ਼ਤ ਕੀਤਾ ਜਾਵੇ। ਸਾਨੂੰ ਰਾਜ ਨਹੀਂ ਚਾਹੀਦਾ ਜਿਸ ਰਾਜ ਦੇ ਵਿੱਚ ਸਾਡੇ ਗੁਰੂ ਨੂੰ ਅਪਮਾਨਿਤ ਕੀਤਾ ਜਾਏ। ਸ੍ਰੀ ਕੀਰਤਪੁਰ ਸਾਹਿਬ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਇਸ ਵਿੱਚ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੀ ਸਿੱਖ ਕੌਮ ਨੂੰ ਸੰਬੋਧਨ ਕੀਤਾ। ਉਹਨਾਂ ਨੇ ਕਿਹਾ ਕਿ ਸਾਡੀ ਕੌਮ ਦੀ ਹਾਲਾਤ ਠੀਕ ਨਹੀਂ ਹੈ, ਸਾਡੀਆਂ ਸੰਸਥਾਵਾਂ ਬਹੁਤ ਚਰਮਰਾ ਗਈਆਂ ਨੇ। 4-5 ਦਿਨ ਪਹਿਲਾਂ ਹੋਈ ਘਟਨਾ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਇਹਨਾਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਸਾਡੀਆਂ ਸੰਸਥਾਵਾਂ ਕਿੰਨੀਆਂ ਕਮਜ਼ੋਰ ਹੋ ਚੁੱਕੀਆਂ ਨੇ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਿੱਲੀ ਦੀ ਸ਼੍ਰੋਮਣੀ ਕਮੇਟੀ ਦੇ 2 ਸਾਬਕਾ ਪ੍ਰਧਾਨਾਂ ਦੇ ਨਾਲ ਜਦੋਂ ਦਿੱਲੀ ਦੇ ਮੁੱਖ ਮੰਤਰੀ ਕੋਲ ਮੈਮੋਰੰਡਮ ਲੈ ਕੇ ਜਾਂਦੇ ਨੇ, ਉਹ ਉਹਨਾਂ ਨੂੰ ਮਿਲਣ ਲਈ ਬਾਹਰ ਨਹੀਂ ਆਉਂਦੇ। ਜਥੇਦਾਰ ਨੇ ਕਿਹਾ ਕਿ ਇਹ ਉਹ ਸ਼੍ਰੋਮਣੀ ਕਮੇਟੀ ਹੈ ਜਿਸ ਦੀ ਦਹਾੜ ਨਾਲ ਦਿੱਲੀ ਦਾ ਤਖਤ ਹਿਲਦਾ ਸੀ, ਅੱਜ ਇੰਨੀ ਕਮਜ਼ੋਰ ਕਰ ਦਿੱਤੀ ਗਈ ਹੈ ਕਿ ਦਿੱਲੀ ਦਾ ਇੱਕ ਲਾਲਾ ਮੁੱਖ ਮੰਤਰੀ ਜ਼ਰੂਰਤ ਨਹੀਂ ਸਮਝਦਾ ਕਿ ਉਸ ਦਾ ਇੱਕ ਅਫਸਰ ਵੀ ਜਾ ਕੇ ਸਿੱਖਾਂ ਦੀ ਸਿਰਮੌਰ ਜਥੇਬੰਦੀ ਦੇ ਪ੍ਰਧਾਨ ਤੋਂ ਮੈਮੋਰੰਡਮ ਲੈ ਸਕੇ। ਇਹ ਦੇਖਣਾ ਹੋਵੇ ਤਾਂ 5-4 ਦਿਨ ਪਹਿਲਾਂ ਵਰਤੀ ਘਟਨਾ ਜਿਹੜੀ ਹੈ ਉਹ ਸਾਨੂੰ ਦੱਸਦੀ ਹੈ ਕਿ ਕਿੰਨੀਆਂ ਕਮਜ਼ੋਰ ਹੋ ਗਈਆਂ। ਬੈਠੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ 2 ਪ੍ਰਧਾਨਾਂ ਦੇ ਸਹਿਤ ਇਹ ਮੈਮੋਰੰਡਮ ਲੈ ਕੇ ਜਾਂਦੇ ਨੇ ਕੇਜਰੀਵਾਲ ਮੁੱਖ ਮੰਤਰੀ ਜਿਹੜਾ ਦਿੱਲੀ ਦਾ ਆਪਣੀ ਕੋਠੀ ਦੇ ਅੱਗੇ, ਔਰ 10 ਮਿੰਟ ਬਾਰਿਸ਼ ਦੇ ਵਿੱਚ ਭੇਜਦੇ ਨੇ, ਉਹ ਕਿਰਨ ਵਾਸਤੇ ਇਹਨਾਂ ਨੂੰ ਬਾਹਰ ਨਹੀਂ ਆਉਂਦਾ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੀ ਦਹਾੜ ਦੇ ਨਾਲ ਦਿੱਲੀ ਦਾ ਤਖਤ ਹਿਲਦਾ ਸੀ, ਅੱਜ ਇੰਨੀ ਕਮਜ਼ੋਰ ਕਰ ਦਿੱਤੀ ਹੈ ਕਿ ਦਿੱਲੀ ਦਾ ਲਾਲਾ ਜਿਹੜਾ ਇਹਨਾਂ ਨੂੰ ਬਾਹਰ ਆ ਕੇ ਨਹੀਂ ਮਿਲਦਾ। ਇੰਨੀ ਪੇਤਰੀ ਹਾਲਤ ਕਰ ਦਿੱਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿ ਮੁੱਖ ਮੰਤਰੀ ਜ਼ਰੂਰਤ ਨਹੀਂ ਸਮਝਦਾ ਕਿ ਮੇਰਾ ਇੱਕ ਅਫਸਰ ਜਿਹੜਾ ਹੈ ਉਹ ਜਾ ਕੇ ਪ੍ਰਧਾਨ ਤੋਂ ਮੈਮੋਰੰਡਮ ਲੈ ਕੇ। ਇਹ ਸਾਡੀ ਕਮਜ਼ੋਰੀ ਨਹੀਂ ਹੈ ਤਾਂ ਹੋਰ ਕੀ ਹੈ? ਉਹਨਾਂ ਨੇ ਕਿਹਾ ਕਿ ਇਹ ਸਾਡੀ ਕਮਜ਼ੋਰੀ ਨਹੀਂ ਤੇ ਹੋਰ ਕੀ ਹੈ। ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕਿਹਾ ਕਿ ਸਾਨੂੰ ਕਿਸੇ ਦੀ ਲੇਲੜੀਆਂ ਕੱਢਣ ਦੀ ਜ਼ਰੂਰਤ ਨਹੀਂ ਹੈ। ਜਥੇਦਾਰ ਨੇ ਕਿਹਾ ਕਿ ਅਸੀਂ ਤਾਂ ਉਸ ਵਕਤ ਨਹੀਂ ਲੇਲੜੀਆਂ ਕੱਢੀਆਂ ਜਦੋਂ ਸਾਡੇ ਬੰਦ ਕੱਟੇ ਜਾ ਰਹੇ ਸਨ, ਜਦੋਂ ਸਾਡੇ ਸਿਰਾਂ ਤੋਂ ਖੋਪਰੀਆਂ ਲਹਾਈਆਂ ਜਾ ਰਹੀਆਂ ਸਨ। ਅਸੀਂ ਤਾਂ ਉਸ ਵਕਤ ਲੇਲੜੀਆਂ ਨਾ ਕੱਢੀਆਂ ਜਦੋਂ ਲਾਹੌਰ ਦੇ ਬੰਦੀਖਾਨਿਆਂ ਦੇ ਵਿੱਚ ਸਾਡੀਆਂ ਔਰਤਾਂ ਦੇ ਸਾਹਮਣੇ ਉਹਨਾਂ ਦੇ ਕਲੇਜੇ ਦੇ ਟੁਕੜੇ, ਉਹਨਾਂ ਦੇ ਬੱਚੇ ਸ਼ਹੀਦ ਕੀਤੇ ਜਾ ਰਹੇ ਸਨ। ਉਹਨਾਂ ਨੇ ਕਿਹਾ ਕਿ ਸਾਡੇ ਸ਼ਹੀਦ ਅਤੇ ਬੰਦੀ ਸਿੰਘ ਸਾਡੀ ਕੌਮ ਦੇ ਜਰਨੈਲ ਨੇ, ਉਹ ਜੇਲ੍ਹਾਂ ਦੇ ਵਿੱਚ ਬੈਠੇ ਨੇ। ਉਹਨਾਂ ਨੇ ਕਿਹਾ ਕਿ ਇਹ ਸਾਡਾ ਇਤਿਹਾਸ ਲਿਖਿਆ ਜਾ ਰਿਹਾ 100-200 ਸਾਲ ਬਾਅਦ ਹਕੂਮਤ ਦੇ ਮੂੰਹ ਤੇ ਉੱਤੇ ਥੁੱਕੇਗਾ ਕਿ ਕਿਵੇਂ ਸਾਡੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਸਜ਼ਾਵਾਂ ਪੂਰੀਆਂ ਕਰਕੇ ਅਤੇ ਉਮਰਾਂ ਗਵਾ ਕੇ ਵੀ ਜੇਲ੍ਹਾਂ ਦੇ ਵਿੱਚ ਬੈਠੇ ਰਹੇ,
ਪਰ ਹਕੂਮਤਾਂ ਨੇ ਉਹਨਾਂ ਨੂੰ ਰਿਹਾ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਇਹ ਸਾਡਾ ਇਤਿਹਾਸ ਬਣ ਰਿਹਾ ਹੈ। ਸਾਡੇ ਬੰਦੀ ਸਿੰਘ ਸ਼ਹੀਦ ਸਾਡੇ ਕੌਮੀ ਜਰਨੈਲ ਹੈ, ਯੋਧੇ ਹੈ, ਉਹ ਜੇਲ੍ਹਾਂ ਦੇ ਵਿੱਚ ਬੈਠੇ ਹੈ। ਅਸੀਂ ਉਹਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਾਂ, ਮੰਗ ਕਰਨੀ ਹੈ। ਜੇ ਨਹੀਂ ਉਹ ਕਰਦੇ ਤੇ ਪਰਵਾਹ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਵਕਤ ਸਾਡਾ ਇਤਿਹਾਸ ਲਿਖ ਰਿਹਾ ਹੈ। ਆਉਣ ਵਾਲੇ 100 ਸਾਲ ਬਾਅਦ, 200 ਸਾਲ ਬਾਅਦ ਦੁਨੀਆ ਪੜੂਗੀ, ਦੁਨੀਆ ਸਮਝੂਗੀ, ਦੁਨੀਆ ਦੇਖੂਗੀ। ਜਿਵੇਂ ਅੱਜ ਦੇਖਦੀ ਹੈ ਕਿ ਕਿਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਸ਼ਹੀਦ ਕੀਤਾ ਗਿਆ, ਕਿਵੇਂ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲਈ, ਕਿਵੇਂ ਭਾਈ ਮਨੀ ਸਿੰਘ ਜੀ ਦੇ ਬੰਦ ਕੱਟੇ ਗਏ। 100 ਸਾਲ ਬਾਅਦ, 200 ਸਾਲ ਬਾਅਦ ਇਸ ਹਕੂਮਤ ਦੇ ਮੂੰਹ ਦੇ ਉੱਤੇ ਸਾਡਾ ਇਤਿਹਾਸ ਜਿਹੜਾ ਹੈ ਉਹ ਥੁੱਕੂਗਾ ਕਿ ਕਿਵੇਂ ਉਸ ਹਕੂਮਤ ਨੇ ਉਮਰਾਂ ਗਵਾ ਕੇ, ਸਜ਼ਾਵਾਂ ਪੂਰੀਆਂ ਕਰਕੇ ਵੀ ਜੇਲ੍ਹਾਂ ਦੇ ਵਿੱਚ ਜਿਹੜਾ ਉਹ ਬੈਠੇ ਰਹੇ, ਲੇਕਿਨ ਹਕੂਮਤਾਂ ਨੇ ਰਿਹਾ ਨਹੀਂ ਕੀਤੇ। ਇਹ ਸਾਡਾ ਇਤਿਹਾਸ ਬਣ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਬੈਠੇ ਨੇ, ਇਹਨਾਂ ਨੂੰ ਤੇ ਸਮੁੱਚੇ ਵਰਲਡ ਦੇ, ਦੁਨੀਆ ਭਰ ਦੇ ਸਿੱਖ ਗੁਰਦੁਆਰਿਆਂ ਦੇ ਪ੍ਰਧਾਨਾਂ ਨੂੰ, ਗੁਰਦੁਆਰਾ ਕਮੇਟੀਆਂ ਨੂੰ ਅੱਜ ਦੇ ਇਸ ਮੰਚ ਤੋਂ ਇੱਕ ਅਪੀਲ ਜ਼ਰੂਰ ਕਰਨੀ ਚਾਹਾਂਗਾ ਕਿ ਆਪਣੇ ਆਪਣੇ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਦੇ ਅੱਗੇ ਇਹਨਾਂ ਬੰਦੀ ਸਿੰਘਾਂ ਦੀਆਂ ਤਸਵੀਰਾਂ ਦੇ ਸਾਹਿਬ ਫਲੈਕਸ ਬੋਰਡ ਲਾਓ। ਔਰ ਲਿਖੋ ਕੱਲੇ ਬੰਦੀ ਸਿੰਘ ਬਾਰੇ ਕਿ ਕਿੰਨਾ ਸਮਾਂ ਹੋ ਗਿਆ ਨੂੰ ਬੰਦੀ ਖਾਨੇ 'ਚ ਬੈਠਿਆਂ, ਜੇਲ੍ਹ 'ਚ ਬੈਠਿਆਂ, ਔਰ ਕਿਹੜੀ ਸਰਕਾਰ ਹੈ ਜਿਹੜੀ ਇਹਨੂੰ ਰਿਹਾ ਨਹੀਂ ਕਰ ਰਹੀ। ਹਿੰਦੀ 'ਚ ਲਿਖੋ, ਅੰਗਰੇਜ਼ੀ 'ਚ ਲਿਖੋ, ਪੰਜਾਬੀ 'ਚ ਲਿਖੋ। ਔਰ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਜਿਹੜੀਆਂ ਗੁਰਦੁਆਰੇ ਮੱਥਾ ਟੇਕਣ ਆਉਂਦੀਆਂ ਨੇ, ਉਹ ਪੜ੍ਹਨ ਸਾਡੇ ਇਹਨਾਂ ਫਲੈਕਸ ਬੋਰਡਾਂ ਦੇ ਲਿਖੇ ਹੋਏ ਇਤਿਹਾਸਾਂ ਨੂੰ, ਜਾਣਨ ਇਹ ਕੀ ਹੋ ਰਿਹਾ ਅੱਜ ਸਾਡੇ ਨਾਲ। ਮੈਂ ਇਹ ਅਪੀਲ ਦੁਨੀਆ ਭਰ ਦੇ, ਚਾਹੇ ਉਹ ਅਮਰੀਕਾ ਦੇ ਸਿੱਖ ਨੇ, ਕੈਨੇਡਾ ਦੇ ਸਿੱਖ ਨੇ, ਚਾਹੇ ਉਹ ਆਸਟ੍ਰੇਲੀਆ ਦੇ ਸਿੱਖ ਨੇ, ਚਾਹੇ ਪੂਰੇ ਭਾਰਤ ਦੇ ਸਿੱਖ ਨੇ, ਪੰਜਾਬ ਦੇ ਸਿੱਖ ਨੇ, ਮੈਂ ਉਹਨਾਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਆਪਣੇ ਆਪਣੇ ਗੁਰਦੁਆਰਾ ਸਾਹਿਬ ਦੇ ਦਰਵਾਜ਼ਿਆਂ ਦੇ ਅੱਗੇ ਪ੍ਰਾਈਮ ਲੋਕੇਸ਼ਨ ਦੇ ਉੱਤੇ ਇੱਕ ਫਲੈਕਸ ਬੋਰਡ ਜਿਹੜਾ ਹੈ ਉਹ ਇਹਨਾਂ ਬੰਦੀ ਸਿੰਘਾਂ ਦੇ ਬਾਰੇ ਜ਼ਰੂਰ ਜਿਹੜਾ ਹੈ ਉਹ ਲਿਖ ਕੇ ਲਾਵੇ। My college application and visa process was done with their help only. My experience here was very great. It was a smooth process. There were no difficulties. I received my visa within 70 days. From getting an LOA from the college to getting the port of entry or the Canadian visa, all the process was done smoothly with the help of the agents. ਸੰਪਰਕ ਕਰਨ ਦੇ ਲਈ ਹੁਣੇ ਕਾਲ ਕਰੋ। ਦਿੱਲੀ ਬ੍ਰਾਂਚ ਦੇ ਲਈ 9696875875, ਪੰਜਾਬ ਤੇ ਚੰਡੀਗੜ੍ਹ ਬ੍ਰਾਂਚ ਦੇ ਲਈ 8725875875। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।